ਹੈਲੋ ਸਟੂਡੈਂਟਸ, ਅੱਜ ਦੀ ਸਟੋਰੀ ਦੇ ਵਿੱਚ ਮੁਨਸ਼ੀ ਪ੍ਰੇਮ ਚੰਦ ਜੀ ਨੇ ਭਾਰਤ ਦੇ ਉਸ ਸਮੇਂ ਦੇ ਬਾਰੇ, ਉਸ ਹਾਲਾਤਾਂ ਦੇ ਬਾਰੇ ਗੱਲ ਕੀਤੀ ਹੈ ਜਿਸ ਸਮੇਂ ਕਿ ਲੋਕਾਂ ਦਾ ਵਿਸ਼ਵਾਸ ਸੀਗਾ ਕਿ ਪੰਚਾਇਤ ਦੇ ਵਿੱਚ ਜੋ ਵੀ ਨਿਆਂ ਕੀਤਾ ਜਾਂਦਾ ਹੈ ਉਹਦੇ ਵਿੱਚ ਪਰਮੇਸ਼ਵਰ ਆਪ ਹੋ ਕੇ ਨਿਆਂ ਦਿਵਾਉਂਦਾ ਹੈ। ਔਰ ਲੋਕਤੰਤਰ ਦੀਆਂ ਜੜ੍ਹਾਂ ਭਾਰਤ ਵਿੱਚ ਉਸ ਸਮੇਂ ਪੰਚਾਇਤੀ ਰਾਜ ਦੇ ਰਾਹੀਂ ਹੀ ਮਜ਼ਬੂਤ ਹੋ ਰਹੀਆਂ ਸੀ। ਸੋ ਲੈਟਸ ਸਟਾਰਟ ਦ ਸਟੋਰੀ। ਜੁਮਨ ਸ਼ੇਖ ਅਤੇ ਅਲਗੂ ਚੌਧਰੀ ਦੋਨੋਂ ਪੱਕੇ ਦੋਸਤ ਸੀ। ਦੂਰ ਦੂਰ ਤੱਕ ਉਹਨਾਂ ਦੀ ਦੋਸਤੀ ਬਹੁਤ ਮਸ਼ਹੂਰ ਸੀ। ਉਹ ਆਪਣੀ ਜ਼ਮੀਨ ਦੀ ਸਾਂਝੇ ਤੌਰ 'ਤੇ ਸਿੰਚਾਈ ਕਰਦੇ ਸੀ ਔਰ ਇੱਕ ਦੂਸਰੇ ਦੇ ਉੱਪਰ ਬਹੁਤ ਭਰੋਸਾ ਕਰਦੇ ਸੀ। ਜਦੋਂ ਇੱਕ ਘਰੋਂ ਬਾਹਰ ਜਾਂਦਾ ਤੇ ਦੂਸਰੇ ਉਹਦੇ ਘਰ ਦਾ ਖਿਆਲ ਰੱਖਦਾ। ਜਿਵੇਂ ਕਿ ਹਜ ਜਾਣ ਵੇਲੇ ਜੁਮਨ ਆਪਣੇ ਘਰ ਔਰ ਖੇਤਾਂ ਦੀ ਦੇਖਭਾਲ ਕਰਨ ਲਈ ਅਲਗੂ ਨੂੰ ਦੇ ਜਾਂਦਾ। ਉਹ ਇੱਕ ਹੀ ਧਰਮ ਦੇ ਨਾਲ ਸੰਬੰਧਿਤ ਨਹੀਂ ਸਨ। ਉਹ ਅਲੱਗ-ਅਲੱਗ ਧਰਮਾਂ ਤੋਂ ਸੰਬੰਧ ਰੱਖਦੇ ਸੀ, ਪਰ ਕਦੀ ਵੀ ਉਹਨਾਂ ਦੇ ਵਿਚਕਾਰ ਇਸ ਸੋਚ ਕਰਕੇ ਕੋਈ ਵੀ ਭੇਦਭਾਵ ਨਹੀਂ ਹੁੰਦਾ ਸੀ। ਜੁਮਨ ਸ਼ੇਖ ਦੀ ਇੱਕ ਬਜ਼ੁਰਗ ਮਾਸੀ ਸੀ ਔਰ ਉਹਦੇ ਕੋਲ ਥੋੜ੍ਹੀ ਬਹੁਤ ਜ਼ਮੀਨ ਸੀ। ਨਜ਼ਦੀਕੀ ਕੋਈ ਰਿਸ਼ਤੇਦਾਰ ਨਾ ਹੋਣ ਕਰਕੇ ਉਹ ਜੁਮਨ ਸ਼ੇਖ ਦੇ ਕੋਲ ਹੀ ਰਹਿੰਦੀ ਸੀ। ਜੁਮਨ ਨੇ ਹੌਲੀ ਹੌਲੀ ਆਪਣੀ ਮਾਸੀ ਨੂੰ ਮਨਾ ਲਿਆ ਕਿ ਉਹ ਆਪਣੀ ਜਾਇਦਾਦ ਜੁਮਨ ਦੇ ਨਾਮ ਰਜਿਸਟਰ ਕਰ ਦੇਵੇ ਔਰ ਉਹ ਆਪਣੇ ਮਾਸੀ ਦੀ ਇਸ ਬਦਲੇ ਪੂਰੀ ਉਮਰ ਦੇਖਭਾਲ ਕਰੇਗਾ। ਉਹ ਉਸਨੂੰ ਵੰਨ-ਸਵੰਨੇ ਭੋਜਨ ਲਿਆ ਕੇ ਦਿੰਦਾ, ਮਿਠਾਈਆਂ ਲਿਆ ਕੇ ਦਿੰਦਾ ਔਰ ਕਾਫੀ ਚਿਰ ਤੱਕ ਇਹ ਸਿਲਸਿਲਾ ਚੱਲਦਾ ਰਿਹਾ। ਲੇਕਿਨ ਸਿਰਫ ਜ਼ਮੀਨ ਦੀ ਰਜਿਸਟਰ ਕਰਨ ਦੀ ਦੇਰ ਸੀ। ਜਦੋਂ ਹੀ ਜ਼ਮੀਨ ਜੁਮਨ ਸ਼ੇਖ ਦੇ ਨਾਮ ਹੋ ਗਈ, ਉਸ ਸਮੇਂ ਜੁਮਨ ਔਰ ਉਹਦੀ ਪਤਨੀ ਦੇ ਜੋ ਮਾਸੀ ਪ੍ਰਤੀ ਵਿਵਹਾਰ ਸੀਗਾ ਉਹਦੇ ਵਿੱਚ ਬਹੁਤ ਜ਼ਿਆਦਾ ਤਬਦੀਲੀ ਆ ਗਈ। ਜੁਮਨ ਦੀ ਪਤਨੀ ਕਰੀਮਨ ਨਾ ਸਿਰਫ ਉਹਨੂੰ ਰੋਟੀ ਦਿੰਦੀ ਬਲਕਿ ਆਪਣੀ ਤਿੱਖੀ ਜ਼ੁਬਾਨ ਦੇ ਨਾਲ ਬਹੁਤ ਕੁਝ ਚੰਗਾ ਮਾੜਾ ਵੀ ਬੋਲਦੀ। ਕੁਝ ਸਮੇਂ ਤੱਕ ਮਾਸੀ ਉਸ ਚੀਜ਼ ਨੂੰ ਸਹਿਨ ਕਰਦੀ ਰਹੀ, ਲੇਕਿਨ ਜਦੋਂ ਜੁਮਨ ਨੂੰ ਸ਼ਿਕਾਇਤ ਕੀਤੀ ਤੇ ਜੁਮਨ ਨੇ ਵੀ ਗੱਲ ਨੂੰ ਟਾਲ ਮਟੋਲ ਕਰ ਦਿੱਤਾ ਔਰ ਹੁਣ ਮਾਸੀ ਦੀ ਸੁਣਵਾਈ ਕਰਨ ਵਾਲਾ ਕੋਈ ਨਹੀਂ ਸੀ। ਉਸ ਤੋਂ ਹੁਣ ਇਹ ਵਰਤਾਵ ਸਹਿਨ ਨਹੀਂ ਹੋ ਪਾ ਰਿਹਾ ਸੀ। ਜਦੋਂ ਵੀ ਕਦੀ ਕਰੀਮਨ ਗੁੱਸੇ ਹੁੰਦੀ ਤੇ ਉਹਦੇ ਸ਼ਬਦਾਂ ਦੇ ਵਿੱਚ ਤਿੱਖੇ ਬਾਣ ਚੱਲਦੇ। ਹੁਣ ਸਹਿਨ ਕਰਨਾ ਮੁਸ਼ਕਿਲ ਹੋ ਗਿਆ ਸੀ। ਕਈ ਗੱਲਾਂ ਇਹੋ ਜਿਹੀਆਂ ਕਰੀਮਨ ਬੋਲ ਦਿੰਦੀ ਕਿ ਮਾਸੀ ਨੂੰ ਸਹਾਰਨਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਗਿਆ ਸੀ। ਹੁਣ ਜਦੋਂ ਪਾਣੀ ਸਿਰ ਤੋਂ ਉੱਪਰ ਹੋ ਗਿਆ ਤੇ ਇੱਕ ਦਿਨ ਮਾਸੀ ਨੇ ਇਹ ਗੱਲ ਦੇ ਵਿੱਚ ਬਗਾਵਤ ਕਰ ਦਿੱਤੀ ਔਰ ਕਿਹਾ ਕਿ ਹੁਣ ਅਸੀਂ ਇਕੱਠੇ ਨਹੀਂ ਰਹਿ ਸਕਦੇ। ਉਸਨੇ ਜੁਮਨ ਨੂੰ ਪੰਚਾਇਤ ਕੋਲ ਜਾਣ ਦੀ ਧਮਕੀ ਦਿੱਤੀ। ਜੁਮਨ ਹੱਸਿਆ ਤੇ ਉਸਨੇ ਬਜ਼ੁਰਗ ਔਰਤ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਬਜ਼ੁਰਗ ਔਰਤ ਨੇ ਹਰ ਉਸ ਆਦਮੀ ਨੂੰ ਆਪਣੀ ਕਹਾਣੀ ਸੁਣਾਈ ਜੋ ਸੁਣਨ ਨੂੰ ਤਿਆਰ ਸੀ। ਉਹ ਹੱਥ ਵਿੱਚ ਸੋਟੀ ਲੈ ਕੇ ਪਿੰਡ-ਪਿੰਡ ਜਾ ਕੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਦੇ ਵਿੱਚ ਆਪਣੀ ਮਜਬੂਰੀ ਦੱਸ ਰਹੀ ਸੀ। ਕੁਝ ਉਹਦੀ ਗੱਲ ਸੁਣਦੇ, ਕੁਝ ਸਮਝ ਬੂਝ ਵਾਲੇ ਇਨਸਾਨ ਕੁਝ ਦਇਆ ਕਰਦੇ ਔਰ ਕੁਝ ਹਾਲਾਤਾਂ ਨੂੰ ਦੋਸ਼ੀ ਠਹਿਰਾ ਕੇ ਗੱਲ ਖਤਮ ਕਰ ਦਿੰਦੇ। ਅਖੀਰ ਦੇ ਵਿੱਚ ਹੁਣ ਉਹ ਬਜ਼ੁਰਗ ਔਰਤ ਅਲਗੂ ਚੌਧਰੀ ਕੋਲ ਪਹੁੰਚੀ ਜੋ ਕਿ ਜੁਮਨ ਦਾ ਬਹੁਤ ਅੱਛਾ ਦੋਸਤ ਸੀ। ਉਸਨੇ ਅਲਗੂ ਨੂੰ ਆਪਣੀ ਦੁੱਖ ਭਰੀ ਕਹਾਣੀ ਸੁਣਾਈ। ਅਲਗੂ ਨੇ ਆਪਣੀ ਦੋਸਤੀ ਦਾ ਵਾਸਤਾ ਦਿੱਤਾ ਤੇ ਕਿਹਾ ਪੰਚਾਇਤ ਵਿੱਚ ਨਹੀਂ ਆ ਸਕਦਾ। ਲੇਕਿਨ ਜਦੋਂ ਉਸ ਬਜ਼ੁਰਗ ਔਰਤ ਨੇ ਜ਼ਿਆਦਾ ਜ਼ੋਰ ਦਿੱਤਾ ਤੇ ਕਿਹਾ ਠੀਕ ਹੈ, ਮੈਂ ਪੰਚਾਇਤ ਵਿੱਚ ਆ ਜਾਊਂਗਾ, ਲੇਕਿਨ ਮੇਰੀ ਔਰ ਜੁਮਨ ਦੀ ਦੋਸਤੀ ਬਹੁਤ ਅੱਛੀ ਦੋਸਤੀ ਹੈ, ਇਸ ਕਰਕੇ ਮੈਂ ਉਸਦੇ ਖਿਲਾਫ ਕੁਝ ਨਹੀਂ ਬੋਲੂँਗਾ। ਅਲਗੂ ਕੋਲ ਇਸ ਤਰ੍ਹਾਂ ਦਾ ਜਵਾਬ ਸੁਣ ਕੇ ਬਜ਼ੁਰਗ ਔਰਤ ਪਰੇਸ਼ਾਨ ਹੋ ਗਈ
और उसने कहा कि तू न्याय ਵੱਲ ਇਸ ਕਰਕੇ ਪਿੱਠ ਮੋੜ ਲਵੇਂਗਾ ਕਿ ਤੇਰੀ ਦੋਸਤੀ ਨਾ ਖਰਾਬ ਹੋ ਜਾਏ। अलगू ਦੇ ਕੋਲ ਕੋਈ ਜਵਾਬ ਨਹੀਂ ਸੀ। ਉਸ ਬਜ਼ੁਰਗ ਔਰਤ ਦੇ ਕਹੇ ਹੋਏ ਸ਼ਬਦ अलगू ਦੇ ਕੰਨਾਂ ਵਿੱਚ ਗੂੰਜਦੇ ਰਹੇ। ਅਖੀਰ ਉਹ ਦਿਨ ਆ ਗਿਆ ਜਦੋਂ ਪੰਚਾਇਤ ਇਕੱਠੀ ਹੋਣੀ ਸੀ। ਸ਼ਾਮ ਨੂੰ ਪੰਚਾਇਤ ਇੱਕ ਦਰੱਖਤ ਥੱਲੇ ਬੈਠੀ ਹੋਈ ਸੀ। ਸਾਰੀ ਜਗ੍ਹਾ ਪੂਰੀ ਤਰ੍ਹਾਂ ਭਰੀ ਹੋਈ ਸੀ। ਜੁੰਮਨ ਨੂੰ ਇਸ ਗੱਲ ਦਾ ਵਿਸ਼ਵਾਸ ਸੀ ਕਿ ਪਿੰਡ ਦੇ ਬਹੁਤ ਲੋਕਾਂ ਦੇ ਉਹ ਕੰਮ ਆਉਂਦਾ ਹੈ ਔਰ ਉਹਦੇ ਖਿਲਾਫ ਕੋਈ ਨਹੀਂ ਬੋਲੇਗਾ। ਪੰਚਾਇਤ ਦੇ ਸਾਹਮਣੇ ਜਦੋਂ ਸਾਰੇ ਲੋਕ ਇਕੱਠੇ ਹੋ ਗਏ, ਜੁੰਮਨ ਸ਼ੇਖ ਔਰ ਉਸਦੀ ਪਤਨੀ ਦੇ ਦੁਆਰਾ ਕੀਤੇ ਹੋਏ ਬੁਰੇ ਵਿਵਹਾਰ ਦੀ ਜਦੋਂ ਗੱਲ ਉਸ ਬਜ਼ੁਰਗ ਔਰਤ ਨੇ ਪੰਚਾਇਤ ਦੇ ਸਾਹਮਣੇ ਕੀਤੀ ਔਰ ਆਪਣਾ ਪੱਖ ਪੇਸ਼ ਕੀਤਾ, ਉਸਨੇ ਕਿਹਾ ਕਿ ਹੁਣ ਉਹ ਇਸ ਤਰ੍ਹਾਂ ਦਾ ਕੌੜਾ ਵਰਤਾਵ ਹੁਣ ਸਹਿਣ ਨਹੀਂ ਕਰ ਸਕਦੀ। ਉਹਨੂੰ ਹੁਣ ਕੁਝ ਪੈਸੇ ਮਹੀਨੇ ਦੇ ਮਹੀਨੇ ਦੇ ਦਿੱਤੇ ਜਾਣ ਜਿਹਦੇ ਨਾਲ ਉਹ ਆਪਣਾ ਅਲੱਗ ਗੁਜ਼ਾਰਾ ਕਰ ਸਕੇ। ਜੁੰਮਨ ਨੂੰ ਪੁੱਛਿਆ ਗਿਆ ਕਿ ਉਹ ਆਪਣੇ ਮੁੱਖ ਪੰਚ ਦਾ ਨਾਮ ਦੱਸੋ, ਹੈੱਡ ਪੰਚ ਕਿਹਨੂੰ ਬਣਾਉਣਾ ਚਾਹੁੰਦੇ ਹੋ, ਮੁੱਖ ਪੰਚ। ਅਤੇ ਬਹੁਤ ਜ਼ਿਆਦਾ ਵਿਸ਼ਵਾਸ ਸੀ ਜੁੰਮਨ ਨੂੰ। ਉਹਨੇ ਕਿਹਾ ਮੈਂ ਨਹੀਂ ਇਸ ਪੇਸ਼ਕਸ਼ ਨੂੰ ਸਵੀਕਾਰ ਕਰਦਾ, ਤੁਸੀਂ ਇਸ ਬਜ਼ੁਰਗ ਔਰਤ ਤੋਂ ਹੀ ਪੁੱਛ ਲਓ, ਇਹੀ ਮੁੱਖ ਪੰਚ ਦਾ ਨਾਮ ਆਪਣੇ ਸੁਝਾਅ ਦੇ ਵਿੱਚ ਦੇ ਸਕਦੀ ਹੈ। ਹੁਣ ਮਾਸੀ ਨੇ ਸਰਪੰਚ ਦੇ ਤੌਰ 'ਤੇ अलगू ਦਾ ਨਾਮ ਸੁਝਾਅ ਦਿੱਤਾ। ਜੁੰਮਨ ਬਹੁਤ ਖੁਸ਼ ਸੀ। ਉਹਨੂੰ ਲੱਗਦਾ ਸੀ ਕਿ अलगू ਕਦੀ ਵੀ ਉਸ ਦੇ ਖਿਲਾਫ ਬੋਲਣ ਵਾਲਾ ਨਹੀਂ ਹੈ। ਪੰਚਾਇਤ ਵਿੱਚ ਜੁੰਮਨ ਨੇ ਵੀ ਆਪਣਾ ਪੱਖ ਪੇਸ਼ ਕੀਤਾ ਔਰ ਅਖੀਰ ਦੇ ਵਿੱਚ अलगू ਜੋ ਕਿ ਕਾਨੂੰਨ ਨੂੰ ਚੰਗੀ ਤਰ੍ਹਾਂ ਜਾਣਦਾ ਸੀ, ਦੋਨੋਂ ਪਾਸਿਆਂ ਦੀ ਗੱਲਬਾਤ ਸੁਣਨ ਤੋਂ ਬਾਅਦ ਪੰਚਾਇਤ ਵਿੱਚ ਆਪਣਾ ਫੈਸਲਾ ਉਸ ਬਜ਼ੁਰਗ ਔਰਤ ਦੇ ਹੱਕ ਦੇ ਵਿੱਚ ਦਿੰਦਾ ਹੈ ਔਰ ਜੁੰਮਨ ਨੂੰ ਕਿਹਾ ਜਾਂਦਾ ਹੈ ਕਿ ਉਹ ਹਰ ਮਹੀਨੇ ਆਪਣੀ ਬਜ਼ੁਰਗ ਮਾਸੀ ਨੂੰ ਮਾਸਿਕ ਭੱਤਾ ਦੇਗਾ ਜਿਹਦੇ ਨਾਲ ਕਿ ਉਹਦਾ ਗੁਜ਼ਾਰਾ ਹੋ ਜਾਏ। ਲੇਕਿਨ ਇਸ ਫੈਸਲੇ ਨੇ अलगू ਔਰ ਜੁੰਮਨ ਦੇ ਵਿਚਕਾਰ ਦੀ ਦੋਸਤੀ ਦੀਆਂ ਬੁਨਿਆਦਾਂ ਨੂੰ ਹਿਲਾ ਦਿੱਤਾ। ਹੁਣ ਦੋਨੋਂ ਜਾਨਲੇਵਾ ਦੁਸ਼ਮਣ ਬਣ ਗਏ, ਇੱਕ ਦੂਸਰੇ ਤੋਂ ਨਫ਼ਰਤ ਕਰਨ ਲੱਗ ਗਏ। ਬੁਲਾਉਣਾ ਤਾਂ ਬਹੁਤ ਦੂਰ ਦੀ ਗੱਲ ਸੀ। ਜੁੰਮਨ ਨੂੰ ਆਪਣੇ ਬਦਲੇ ਨੂੰ ਪੂਰਾ ਕਰਨ ਲਈ ਬਹੁਤ ਚਿਰ ਇੰਤਜ਼ਾਰ ਨਹੀਂ ਕਰਨਾ ਪਿਆ। अलगू ਨੇ ਪਿਛਲੇ ਸਾਲ ਹੀ ਬਲਦਾਂ ਦਾ ਇੱਕ ਬਹੁਤ ਅੱਛਾ ਜੋੜਾ ਖਰੀਦਿਆ ਸੀ। ਕੁਝ ਸਮਾਂ ਪਾ ਕੇ ਉਹਨਾਂ ਵਿੱਚੋਂ ਇੱਕ ਬਲਦ ਮਰ ਗਿਆ। अलगू ਨੂੰ ਸ਼ੱਕ ਸੀ ਕਿ ਜੁੰਮਨ ਨੇ ਇਸ ਬਲਦ ਨੂੰ ਜ਼ਹਿਰ ਦੇ ਕੇ ਆਪਣਾ ਬਦਲਾ ਪੂਰਾ ਕੀਤਾ। ਕਿਸਾਨ ਦੇ ਲਈ ਇੱਕ ਬਲਦ ਕਿਸੇ ਕੰਮ ਦਾ ਨਹੀਂ ਸੀ। ਇੱਕ ਅਕੇਲਾ ਬਲਦ ਕਿਵੇਂ ਕੰਮ ਕਰ ਸਕਦਾ? अलगू ਦੂਸਰਾ ਬਲਦ ਖਰੀਦ ਨਹੀਂ ਸਕਿਆ। ਉਸ ਦੇ ਬਰਾਬਰ ਦਾ ਬਲਦ ਲੱਭਣਾ ਮੁਸ਼ਕਿਲ ਸੀ। ਉਸ ਦੀ ਪਹਿਲੇ ਵਾਲੀ ਜੋੜੀ ਨੂੰ ਦੇਖਣ ਤਾਂ ਦੂਰੋਂ ਦੂਰੋਂ ਲੋਕ ਪਿੰਡਾਂ ਦੇ ਵਿੱਚੋਂ ਆਉਂਦੇ ਸੀ, ਲੇਕਿਨ ਹੁਣ ਇਸ ਅਕੇਲੇ ਬਲਦ ਦਾ ਬਰਾਬਰ ਦਾ ਬਲਦ ਲੱਭਣਾ अलगू ਲਈ ਮੁਸ਼ਕਿਲ ਹੋ ਗਿਆ। ਅਖੀਰ ਉਸਨੇ ਦੂਸਰੇ ਬਲਦ ਨੂੰ ਵੇਚਣ ਦਾ ਫੈਸਲਾ ਕੀਤਾ। ਪਿੰਡ ਦੇ ਵਪਾਰੀ ਸਮਝੂ ਸਾਹੂ ਨੇ ਬਲਦ ਦੇਖਿਆ ਔਰ ਖਰੀਦ ਲਿਆ ਔਰ ਉਸਨੇ ਇਸ ਬਲਦ ਦੀ ਕੀਮਤ 1 ਮਹੀਨੇ ਵਿੱਚ ਚੁਕਾਉਣ ਦਾ ਵਾਅਦਾ ਕੀਤਾ। ਲਗਾਤਾਰ ਉਸ ਬਲਦ ਤੋਂ ਕੰਮ ਲੈਣਾ ਸ਼ੁਰੂ ਕਰ ਦਿੱਤਾ ਸਮਝੂ ਸਾਹੂ ਨੇ, ਜੋ ਕਿ ਕੁਝ ਸਮਾਨ ਪਿੰਡੋਂ ਸ਼ਹਿਰ ਲੈ ਕੇ ਜਾਂਦਾ ਸੀ ਔਰ ਕੁਝ ਸ਼ਹਿਰ ਤੋਂ ਪਿੰਡ ਲੈ ਕੇ ਆਉਂਦਾ ਸੀ। ਲੇਕਿਨ ਉਸਨੇ ਬੇਰਹਿਮੀ ਦੇ ਨਾਲ ਉਸ ਬਲਦ ਦਾ ਗਲਤ ਇਸਤੇਮਾਲ ਕੀਤਾ। ਉਹਨੂੰ ਰੁਕਣ ਵਾਸਤੇ ਜਾਂ ਆਰਾਮ ਕਰਨ ਵਾਸਤੇ ਬਿਲਕੁਲ ਸਮਾਂ ਨਹੀਂ ਦਿੰਦਾ, ਖਾਣ ਵਾਸਤੇ ਵੀ ਸੁੱਕਾ ਚਾਰਾ ਦਿੰਦਾ ਔਰ ਉਹ ਵੀ ਕਈ ਵਾਰ ਲਾਲਚ ਵਸ ਹੋ ਕੇ ਜਿੱਥੇ ਕਿ ਉਹ ਇੱਕ ਫੇਰਾ ਲਗਾਉਂਦਾ ਸੀ ਸ਼ਹਿਰ ਦਾ, ਹੁਣ 2-3 ਫੇਰੇ 'ਤੇ ਆ ਗਿਆ ਔਰ ਬਲਦ ਦੀ ਹਾਲਤ ਹੌਲੀ ਹੌਲੀ ਖਰਾਬ ਹੋ ਗਈ। ਔਰ ਇੱਕ ਦਿਨ ਜਦੋਂ ਸ਼ਾਮ ਨੂੰ ਸਮਝੂ ਸਾਹੂ ਸਮਾਨ ਲੈ ਕੇ ਸ਼ਹਿਰ ਤੋਂ ਵਾਪਸ ਆ ਰਿਹਾ ਸੀ ਅਤੇ ਬਲਦ ਨੇ ਆਪਣੇ ਉੱਪਰ ਜੋ ਅਤਿਆਚਾਰ ਨੂੰ ਨਾ ਸਹਿਣ ਕਰਦਿਆਂ ਹੋਇਆਂ ਰਸਤੇ ਵਿੱਚ ਹੀ ਦਮ ਤੋੜ ਦਿੱਤਾ। ਹੁਣ ਇਹ ਸਾਰੀਆਂ ਚੀਜ਼ਾਂ ਦੇ ਦੋਸ਼ੀ ਸਮਝੂ ਸਾਹੂ ਨੇ अलगू ਨੂੰ ਠਹਿਰਾਇਆ। ਉਸ ਰਾਤ ਸਮਝੂ ਸਾਹੂ ਨੇ ਬੈਲਗਾੜੀ ਦੇ ਉੱਪਰ ਹੀ ਆਪਣੀ ਰਾਤ ਬਿਤਾਈ, ਜਿੱਥੇ ਕਿ ਉਹਦੇ
ਸਾਮਾਨ ਦਾ ਔਰ ਕੁਝ ਪੈਸਿਆਂ ਦਾ ਵੀ ਨੁਕਸਾਨ ਹੋ ਗਿਆ। ਹੁਣ ਇਹ ਸਾਰੀ ਜ਼ਿੰਮੇਵਾਰੀ ਅਲਗੂ ਦੇ ਸਿਰ 'ਤੇ ਸੌਂਪ ਦਿੱਤੀ ਗਈ ਕਿ ਉਸਨੇ ਬਿਮਾਰ ਬਲਦ ਮੈਨੂੰ ਵੇਚ ਦਿੱਤਾ। ਔਰ ਜਦੋਂ ਅਲਗੂ ਨੇ ਉਸ ਬਲਦ ਦੀ ਕੀਮਤ ਮੰਗੀ ਤੇ ਸਮਝੂ ਸਾਹੂ ਨੇ ਇਹ ਕਹਿ ਕੇ ਕੀਮਤ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਕਿਸ ਚੀਜ਼ ਦੀ ਕੀਮਤ, ਮੈਨੂੰ ਬਲਦ ਬਿਮਾਰ ਵੇਚ ਕੇ ਔਰ ਫਿਰ ਮੇਰਾ ਇੰਨਾ ਨੁਕਸਾਨ ਹੋਇਆ, ਉਹ ਸਾਰੀ ਜ਼ਿੰਮੇਵਾਰੀ ਤੇਰੀ ਹੈ, ਮੈਂ ਕੋਈ ਪੈਸਾ ਵੀ ਉਸ ਬਲਦ ਦਾ ਨਹੀਂ ਦਊਂਗਾ। ਅਖੀਰ ਗੱਲ ਪੰਚਾਇਤ ਵਿੱਚ ਪਹੁੰਚ ਗਈ ਔਰ ਪੰਚਾਇਤ ਦੇ ਵਿੱਚ ਸਮਝੂ ਸਾਹੂ ਨੇ ਜੁੰਮਨ ਸ਼ੇਖ ਦਾ ਨਾਮ ਸਰਪੰਚ ਦੇ ਤੌਰ 'ਤੇ ਪੇਸ਼ ਕੀਤਾ। ਜਿਉਂ ਹੀ ਉਹ ਸਰਪੰਚ ਦੇ ਤੌਰ 'ਤੇ ਚੁਣਿਆ ਗਿਆ, ਉਸਨੇ ਆਪਣੇ ਉੱਚੇ ਰਤਬੇ ਤੇ ਜ਼ਿੰਮੇਵਾਰੀ ਦਾ ਅਹਿਸਾਸ ਕੀਤਾ। ਅਲਗੂ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਜੁੰਮਨ ਆਪਣਾ ਬਦਲਾ ਲਏਗਾ। ਪੰਚਾਂ ਨੇ ਦੋਨਾਂ ਦੇ ਪੱਖ ਸੁਣੇ ਔਰ ਉਸ 'ਤੇ ਚਰਚਾ ਕੀਤੀ। ਅਖੀਰ ਜੁੰਮਨ ਨੇ ਫੈਸਲੇ ਦਾ ਐਲਾਨ ਕੀਤਾ। ਸਮਝੂ ਸਾਹੂ ਨੂੰ ਹੁਕਮ ਦਿੱਤਾ ਗਿਆ ਕਿ ਉਹ ਜਲਦੀ ਹੀ ਬਲਦ ਦੀ ਕੀਮਤ ਅਦਾ ਕਰੇ। ਉਸ ਉੱਪਰ ਪਸ਼ੂ ਨੂੰ ਜਾਣ-ਬੁੱਝ ਕੇ ਮਾਰਨ ਦਾ ਦੋਸ਼ ਵੀ ਲਗਾਇਆ ਗਿਆ ਤੇ ਵਪਾਰੀ ਨੂੰ ਸਜ਼ਾ ਦੇਣ ਦੀ ਵੀ ਗੱਲ ਕੀਤੀ ਗਈ। ਅਲਗੂ ਬਹੁਤ ਖੁਸ਼ ਸੀ। ਉਹ ਉੱਚੀ ਬੋਲਿਆ, ਪਰਮਾਤਮਾ ਸਰਪੰਚ ਉੱਤੇ ਮਿਹਰ ਕਰੇ। ਹਰ ਇੱਕ ਨੇ ਉਸ ਫੈਸਲੇ ਦੀ ਪ੍ਰਸ਼ੰਸਾ ਕੀਤੀ। ਇਹ ਆਦਮੀ ਦਾ ਕੰਮ ਨਹੀਂ ਸੀ। ਪਰਮਾਤਮਾ ਪੰਚਾਂ ਦੇ ਦਿਲ ਵਿੱਚ ਰਹਿੰਦਾ ਹੈ, ਇਹੋ ਜਿਹਾ ਲੋਕਾਂ ਦਾ ਵਿਸ਼ਵਾਸ ਸੀ ਜੋ ਅੱਜ ਪੂਰਾ ਹੁੰਦਾ ਦਿਖਾਈ ਦੇ ਰਿਹਾ ਸੀ। ਔਰ ਦੋਨੋਂ ਵਿਛੜੇ ਹੋਏ ਦੋਸਤ ਆਪਸ ਦੇ ਵਿੱਚ ਗਲੇ ਮਿਲੇ। ਜੁੰਮਨ ਨੇ ਇਸ ਗੱਲ ਨੂੰ ਵੀ ਸਵੀਕਾਰ ਕੀਤਾ ਕਿ ਉਹ ਅਲਗੂ ਨੂੰ ਆਪਣਾ ਜਾਨਲੇਵਾ ਦੁਸ਼ਮਣ ਸਮਝਦਾ ਸੀ, ਲੇਕਿਨ ਜਦੋਂ ਹੀ ਉਹ ਸਰਪੰਚ ਵਾਸਤੇ ਚੁਣਿਆ ਗਿਆ ਤੇ ਉਹਨੂੰ ਇਹ ਅਹਿਸਾਸ ਹੋਇਆ ਕਿ ਸਰਪੰਚ ਨਾ ਤਾਂ ਕਿਸੇ ਦਾ ਦੋਸਤ ਹੁੰਦਾ ਹੈ ਔਰ ਨਾ ਹੀ ਕਿਸੇ ਦਾ ਦੁਸ਼ਮਣ। ਅੱਜ ਉਹਨੂੰ ਵੀ ਇਹ ਅਹਿਸਾਸ ਹੋ ਗਿਆ ਸੀ ਕਿ ਪੰਚ ਦੀ ਆਵਾਜ਼ ਪਰਮਾਤਮਾ ਦੀ ਆਵਾਜ਼ ਹੁੰਦੀ ਹੈ। ਔਰ ਦੋਨਾਂ ਨੇ ਆਪਣੀ ਗਲਤੀ ਦਾ ਅਹਿਸਾਸ ਕੀਤਾ ਔਰ ਦੋਨਾਂ ਦੇ ਅਥਰੂਆਂ ਨੇ ਉਹਨਾਂ ਦੀ ਗਲਤ ਫਹਿਮੀਆਂ ਧੋ ਦਿੱਤੀਆਂ।